ਹੈਲੋ ਸਟੂਡੈਂਟ, ਗੁੱਡ ਮੋਰਨਿੰਗ ਟੂ ਆਲ ਆਫ ਯੂ। ਬੇਟਾ ਜਿਹੜਾ ਆਪਾਂ ਨੈਕਸਟ ਟੋਪਿਕ ਆਪਣਾ ਸੋਫਟਵੇਅਰ ਇੰਜੀਨੀਅਰਿੰਗ ਦਾ ਤੁਹਾਡਾ ਮੈਟ੍ਰਿਕਸ ਦਾ ਸੀਗਾ, ਠੀਕ ਆ। ਮੈਟ੍ਰਿਕਸ ਦੇ ਵਿੱਚ ਆਪਾਂ ਨੈਟਵਰਕ ਮੈਟ੍ਰਿਕਸ ਬਾਰੇ ਪੜ੍ਹ ਚੁੱਕੇ ਹਾਂ। ਹੁਣ ਆਪਾਂ ਅੱਗੇ ਪੜ੍ਹਾਂਗੇ ਇਨਫੋਰਮੇਸ਼ਨ ਫਲੋ ਮੈਟ੍ਰਿਕਸ ਕੀ ਹੁੰਦੀ ਆ, ਠੀਕ ਹੈ ਜੀ। ਇਨਫੋਰਮੇਸ਼ਨ ਫਲੋ ਮੈਟ੍ਰਿਕਸ ਅਟੈਂਪਟ ਟੂ ਡਿਫਾਈਨ ਦਾ ਕੰਪਲੈਕਸਿਟੀ ਆਫ ਸਿਸਟਮ ਇਨ ਦੀ ਟਰਮ ਆਫ ਦਾ ਟੋਟਲ ਅਮਾਊਂਟ ਆਫ ਇਨਫੋਰਮੇਸ਼ਨ ਫੋਲੋਇੰਗ ਥਰੂ ਦਾ ਇਟਸ ਮੋਡਿਊਲਸ। ਕਹਿੰਦੇ ਜਿਹੜੀ ਇਨਫੋਰਮੇਸ਼ਨ ਫਲੋ ਮੈਟ੍ਰਿਕਸ ਆ, ਮਤਲਬ ਕਿ ਆਪਾਂ ਇਹਦੀ ਕੰਪਲੈਕਸਿਟੀ ਹੈ ਜਿਹੜੀ ਸਿਸਟਮ ਦੀ, ਉਹ ਆਪਾਂ ਟੋਟਲ ਅਮਾਊਂਟ ਆਫ ਇਨਫੋਰਮੇਸ਼ਨ ਚੈੱਕ ਕਰਦੇ ਵੀ ਜਿਹੜੀ ਮੋਡਿਊਲ ਦੇ ਥਰੂ ਫਲੋ ਕਰਦੀ ਆ, ਮਤਲਬ ਕਿ ਕੰਟਰੋਲ ਕਰਦੀ ਆ। ਇਨਫੋਰਮੇਸ਼ਨ ਫਲੋ ਮੈਟ੍ਰਿਕਸ ਇਜ਼ ਦਾ ਅਮਾਊਂਟ ਆਫ ਇੰਟਰੈਕਸ਼ਨ ਵਿਦ ਅਦਰ ਮੋਡਿਊਲ। ਕਹਿੰਦੇ ਇਹ ਇੱਕ ਤਰ੍ਹਾਂ ਦੀ ਇੰਟਰੈਕਸ਼ਨ ਹੁੰਦੀ ਹੈ ਦੂਸਰੇ ਮੋਡਿਊਲਸ ਦੇ ਨਾਲ ਜੁੜਨ ਦੇ ਲਈ। ਤਾਂ ਕੰਪਲੈਕਸਿਟੀ ਇਜ਼ ਇਕੁਅਲ ਟੂ ਫੈਨ ਇਨ ਔਰ ਫੈਨ ਆਊਟ। ਮਤਲਬ ਕਿ ਫੈਨ ਇਨ ਜਿਹੜੀ ਚੀਜ਼ ਆਪਾਂ ਐਂਟਰ ਕਰਦੇ ਹਾਂ ਅਤੇ ਜਿਹੜੀ ਚੀਜ਼ ਆਪਾਂ ਬਾਹਰ ਕੱਢਦੇ ਹਾਂ ਉਹਨਾਂ ਦੋਨਾਂ ਦੀ ਮਲਟੀਪਲਾਈ ਪਲੱਸ ਇਨਫਲੋ ਅਤੇ ਆਊਟਫਲੋ। ਜੋ ਵੀ ਇਹਦੀ ਕੰਟਰੋਲਿੰਗ ਸਿਸਟਮ ਹੁੰਦੀ ਹੈ ਇਨਪੁੱਟ ਐਂਟਰ ਕਰਨ ਦੇ ਲਈ ਅਤੇ ਆਊਟਪੁੱਟ ਫਲੋ ਕਰਨ ਦੇ ਲਈ, ਠੀਕ ਹੈ, ਉਹਦੇ ਲਈ ਉਹਨਾਂ ਨੂੰ ਮਲਟੀਪਲਾਈ ਕਰਦੇ, ਉਹਨਾਂ ਦੋਨਾਂ ਦੇ ਪਲੱਸ ਨੂੰ ਕੀ ਬੋਲ ਦਿੰਦੇ ਆਪਾਂ? ਕੰਪਲੈਕਸਿਟੀ ਬੋਲ ਦਿੰਦੇ ਹਾਂ। ਵੇਅਰ ਫੈਨ ਇਨ ਇਜ਼ ਨੰਬਰ ਆਫ ਮੋਡਿਊਲ ਦੈਟ ਕਾਲ ਮੋਡਿਊਲ ਐਕਸ, ਫੈਨ ਆਊਟ ਇਜ਼ ਨੰਬਰ ਆਫ ਮੋਡਿਊਲ ਕਾਲਡ ਬਾਈ ਮੋਡਿਊਲ ਐਕਸ। ਬੇਟਾ ਇਹਦੇ ਵਿੱਚ ਜਿਹੜਾ ਮਤਲਬ ਕਿੰਨੇ ਮੋਡਿਊਲਸ ਨੂੰ ਆਪਾਂ ਕਾਲ ਕੀਤੀ ਹੈ ਜਿਹੜੇ ਆਪਾਂ ਫੰਕਸ਼ਨ ਦੇ ਵਿੱਚ ਯੂਜ਼ ਕਰ ਰਹੇ ਹਾਂ, ਅਤੇ ਕਿੰਨੇ ਮੋਡਿਊਲਸ ਆ ਜਿਹੜੇ ਆਪਾਂ ਮਤਲਬ ਕਿ ਇਨ ਕਾਲਿੰਗ ਦੇ ਲਈ ਫਾਈਨ ਆਊਟਪੁੱਟ ਲਈ ਯੂਜ਼ ਕਰਦੇ ਹਾਂ। ਆਫ ਇਨਫੋਰਮੇਸ਼ਨ ਸੈਂਟ ਟੂ ਮੋਡਿਊਲ ਐਕਸ, ਆਊਟਫਲੋ ਇਜ਼ ਅਮਾਊਂਟ ਆਫ ਇਨਫੋਰਮੇਸ਼ਨ ਸੈਂਟ ਆਊਟ ਬਾਈ ਮੋਡਿਊਲ ਐਕਸ। ਤਾਂ ਆਊਟਫਲੋ ਦਾ ਮਤਲਬ ਹੁੰਦਾ ਮਤਲਬ ਇਨਫੋਰਮੇਸ਼ਨ ਸੈਂਟ ਕਰਨੀ, ਅਤੇ ਇਨਫਲੋ ਦਾ ਮਤਲਬ ਇਨਫੋਰਮੇਸ਼ਨ ਐਂਟਰ ਕਰਨੀ। ਮੈਟ੍ਰਿਕਸ ਪਰ ਸੋਫਟਵੇਅਰ ਡਿਜ਼ਾਈਨ ਕੀ ਹੁੰਦੀ ਹੈ? ਆਬਜੈਕਟ ਓਰੀਐਂਟਡ ਹੁੰਦੀ ਹੈ, ਮਤਲਬ ਆਬਜੈਕਟ 'ਤੇ ਡਿਪੈਂਡ ਕਰਦੀ ਹੈ। ਜਿਵੇਂ ਫਸਟ ਵੇਟਡ ਮੈਥਡ ਪਰ ਕਲਾਸ, ਵੇਟਡ ਮੈਥਡ ਪਰ ਕਲਾਸ WMC ਬੋਲ ਦਿੰਦੇ ਆ, ਠੀਕ ਹੈ ਜੀ। ਇਜ਼ ਇਕੁਅਲ ਟੂ ਕੀ ਹੁੰਦਾ? ਸਿਗਮਾ ਆਈ ਇਜ਼ ਇਕੁਅਲ ਟੂ ਐਨ ਦੀ CI ਨਾਲ ਮਲਟੀਪਲਾਈ, ਵੇਅਰ CI ਇਜ਼ ਦਾ ਕੰਪਲੈਕਸਿਟੀ ਆਫ ਦਾ ਮੈਥਡ। ਮੈਥਡਾਂ ਦੀ ਕੀ ਹੈਗੀ? ਕੰਪਲੈਕਸਿਟੀ ਆ। ਤਾਂ ਬਿਗਿਨਿੰਗ ਬੀਇੰਗ ਆਲ ਦਾ ਮੈਥਡ ਆਫ ਦਾ ਕਲਾਸ, ਜਿਹਦੇ ਵਿੱਚ ਮਤਲਬ ਕਿ ਆਪਾਂ ਸਾਰੇ ਮੈਥਡਸ ਨੂੰ ਲੈਂਦੇ ਹਾਂ। ਕੰਪਲੈਕਸਿਟੀਜ਼ ਹੀ ਕੈਨ ਬੀ ਐਸਟੀਮੇਟਡ ਸਾਈਜ਼, ਇੰਟਰਫੇਸ ਕੰਪਲੈਕਸਿਟੀ ਔਰ ਡਾਟਾ ਫਲੋ ਕੰਪਲੈਕਸਿਟੀ। ਜਿਹੜੀ ਕੰਪਲੈਕਸਿਟੀ ਉਹ ਕੀ ਹੁੰਦਾ? ਮਤਲਬ ਸਾਈਜ਼ ਦਾ ਆਪਾਂ ਐਸਟੀਮੇਟ ਲਗਾਉਂਦੇ ਹਾਂ, ਇੰਟਰਫੇਸ ਕੰਪਲੈਕਸਿਟੀ ਦੇਖਦੇ ਹਾਂ, ਠੀਕ ਹੀ ਹੈ, ਔਰ ਡਾਟਾ ਫਲੋ ਕੰਪਲੈਕਸਿਟੀ ਕੀ ਆ? ਕੰਪਲੈਕਸਿਟੀ ਮਤਲਬ ਕੀ ਹੁੰਦੀ ਆ? ਪ੍ਰੋਬਲਮਸ ਵਗੈਰਾ। ਡੈਪਥ ਆਫ ਦਾ ਇਨਹੈਰੀਟੈਂਸ ਟਰੀ, ਡੈਪਥ ਆਫ ਇਨਹੈਰੀਟੈਂਸ ਟਰੀ ਹੈ ਜਿਹੜਾ, ਇਜ਼ ਅ ਲੈਂਥ ਆਫ ਦਾ ਸ਼ੋਰਟੈਸਟ ਪਾਥ ਫਰੋਮ ਦਾ ਰੂਟ ਆਫ ਦਾ ਟਰੀ। ਮਤਲਬ ਰੂਟ ਆਫ ਟਰੀ ਤੋਂ ਆਪਾਂ ਦੇਖਣੀ ਸ਼ੋਰਟੈਸਟ ਪਾਥ, ਮਤਲਬ ਕਿ ਛੋਟੇ ਰਸਤੇ ਦੇ ਦੁਆਰਾ ਆਪਾਂ ਉਸ ਜਗ੍ਹਾ 'ਤੇ ਪਹੁੰਚਣਾ। ਟੂ ਦਾ ਨੋਡ ਰੀਪ੍ਰੈਜੈਂਟਿੰਗ C ਔਰ ਦਾ ਨੰਬਰ ਆਫ ਐਨਚੈਸਟਰ C ਹੈਜ਼। ਮਤਲਬ ਆਪਾਂ ਕੀ ਕਰਦੇ ਹਾਂ, ਇੱਕ ਰੂਟ 'ਤੇ ਪਹੁੰਚਣ ਦੇ ਲਈ ਕੀ ਕਰਦੇ ਆ, ਆਪਾਂ ਘੱਟ ਤੋਂ ਘੱਟ ਡੈਪਥ ਚੈੱਕ ਕਰਦੇ ਵੀ ਕਿੰਨਾ ਆਪਾਂ ਨੂੰ ਮਤਲਬ ਸਮਾਂ ਲੱਗੂ ਉਸ ਚੀਜ਼ 'ਤੇ ਜਾਣ ਦੇ ਲਈ। ਤਾਂ ਨੰਬਰ ਆਫ ਚਿਲਡਰਨ NOC ਬੋਲਦੇ ਹਾਂ ਜਿਹਨੂੰ ਆਪਾਂ, ਇਜ਼ ਦਾ ਨੰਬਰ ਆਫ ਇਮੀਡੀਏਟ ਸਬ ਕਲਾਸ ਆਫ ਦਾ C। ਮਤਲਬ ਕਿ ਜਿਹੜੇ ਨੰਬਰ ਆਫ ਚਿਲਡਰਨ ਨੇ ਇਹ ਕੀ ਹੈ? ਨੰਬਰ ਆਫ ਇਮੀਡੀਏਟ ਕਲਾਸ ਆ ਕਾਹਦੀਆਂ? C ਦੀਆਂ, C ਦੇ ਹੀ ਟਾਈਪਸ ਨੇ। ਤਾਂ ਕਪਲਿੰਗ ਬਿਟਵੀਨ ਕਲਾਸਿਸ ਇਜ਼ ਦਾ ਟੋਟਲ ਨੰਬਰ ਆਫ ਅਦਰ ਕਲਾਸ ਟੂ ਵਿਚ ਦਾ ਕਲਾਸ ਇਜ਼ ਕਪਲਡ। ਕਪਲਿੰਗ ਮਤਲਬ ਕਿ ਆਪਾਂ ਸਾਰੀਆਂ ਕਲਾਸਿਸ ਦੇ ਬਿਟਵੀਨ ਦੇਖਦੇ ਹਾਂ ਵੀ ਦੂਜੀਆਂ ਕਿੰਨੀਆਂ ਕਪਲਡ ਨੇ, ਕਿੰਨੀਆਂ ਕਲਾਸਿਸ ਆਪਾਂ ਇਹਦੇ ਵਿੱਚ ਐਡ ਕਰ ਰਹੇ ਹਾਂ। ਤਾਂ ਰਿਸਪੌਂਸ ਪਰ ਕਲਾਸ ਦਾ ਮਤਲਬ ਹੈ ਇਜ਼ ਦਾ ਕੋਆਰਡੀਨੇਟਿਵ ਆਫ ਦਾ ਰਿਸਪੌਂਸ ਸੈੱਟ ਫਾਰ ਕਲਾਸ। ਮਤਲਬ ਰਿਸਪੌਂਸ ਸੈੱਟ ਕੀਤਾ ਜਾਂਦਾ। ਰਿਸਪੌਂਸ ਸੈੱਟ ਆਫ ਦਾ ਕਲਾਸ C ਇਜ਼ ਦਾ ਸੈੱਟ ਆਫ ਦਾ ਮੈਥਡ ਦੈਟ ਕੈਨ ਬੀ ਇਨਵੋਕਡ, ਕਾਲ ਕੀਤੇ ਜਾਂਦੇ ਇਫ ਆ ਮੈਸੇਜ ਇਜ਼ ਕਹਿੰਦੇ ਸੈਂਟ ਟੂ ਆਬਜੈਕਟ ਆਫ ਦਿਸ ਕਲਾਸ, ਵੀ ਜਿਹੜਾ ਮੈਸੇਜ ਆਪਾਂ ਇਸ ਕਲਾਸ ਨੂੰ ਸੈਂਡ ਕਰਦੇ ਹਾਂ। ਇਸ ਤੋਂ ਬਾਅਦ ਆ ਕੇ ਆਪਣੇ ਕੋਲ ਲੇਕ ਆਫ ਦਾ ਚੁਆਇਜ਼ਨ, ਮਤਲਬ ਕਿ ਚੁਆਇਜ਼ਨ ਦੀ ਇਹਦੇ ਵਿੱਚ ਕੀ ਹੁੰਦੀ ਹੈ? ਘਾਟ ਹੁੰਦੀ ਹੈ ਮੋਡਿਊਲ ਦੀ ਚੂਜ਼ ਕਰਨ ਦੇ ਲਈ। ਜਿਵੇਂ ਆਪਣੇ ਕੋਲ ਇਹ ਦਿੱਤਾ ਗਾ ਲੇਕ ਆਫ ਦਾ ਚੁਆਇਜ਼ਨ ਦੀ ਗੱਲ ਕੀਤੀ ਹੈ, ਜੋ ਵੀ ਆਪਾਂ ਮੈਥਡ ਵਗੈਰਾ ਯੂਜ਼ ਕਰ ਰਹੇ ਹਾਂ, ਇਜ਼ ਇਕੁਅਲ ਟੂ ਮਤਲਬ ਕਿ ਕੀ ਕਰਦੇ ਆ? P ਦੇ ਵਿੱਚੋਂ ਜਿਵੇਂ Q ਮਾਈਨਸ ਕਰ ਰਹੇ ਹਾਂ ਤਾਂ P ਕੀ ਹੋਣਾ ਚਾਹੀਦਾ? Q ਤੋਂ ਵੱਡਾ ਹੋਣਾ ਚਾਹੀਦਾ, ਤਾਂ ਅਦਰਵਾਈਜ਼ ਕੀ ਹੋਊਗਾ? 0। ਤਾਂ ਵੇਅਰ Q ਇਜ਼ ਸੈੱਟ ਆਫ ਆਲ ਚੁਆਇਜ਼ਰ ਪੇਅਰ, ਮਤਲਬ ਕਿੰਨੇ ਕੁ ਆਪਾਂ ਪੇਅਰ ਆ ਜਿਹੜੇ ਚੂਜ਼ ਕੀਤੇ ਆ ਆਫ ਦਾ ਮੈਥਡ, ਐਂਡ P ਸੈੱਟ ਆਫ ਦਾ ਨੋਨ ਚੁਆਇਜ਼ਰ ਪੇਅਰ। P ਮਤਲਬ ਕੀ ਹੁੰਦਾ? ਆਪਾਂ ਜਿਹੜੇ ਪੇਅਰ ਨਹੀਂ ਸੈੱਟ ਕਰ ਰਹੇ, ਸਿਲੈਕਟ ਨਹੀਂ ਕਰ ਰਹੇ। Q ਮਤਲਬ ਜਿਹੜੇ ਪੇਅਰ ਆਪਾਂ ਸਿਲੈਕਟ ਕਰ ਰਹੇ ਹਾਂ, ਠੀਕ ਹੈ ਜੀ। ਅੱਗੇ ਡਿਟੇਲਡ ਐਕਸਪਲੇਨੇਸ਼ਨ ਦਿੱਤੀ ਹੋਈ ਹੈ। ਕਹਿੰਦੇ ਦਾ ਸਾਈਕੋਮੈਟਿਕ ਜਿਹੜੀ ਕੰਪਲੈਕਸਿਟੀ ਐਂਡ ਦਾ ਸਟਰਕਚਰਲ ਫੈਨ ਇਨ ਫੈਨ ਆਊਟ ਮੈਟ੍ਰਿਕਸ ਡੀਲ ਵਿਦ ਦਾ ਕੰਟਰੋਲ ਫਲੋ, ਕੰਟਰੋਲ ਫਲੋ ਦੇ ਨਾਲ ਹੀ ਇਹ ਡੀਲ ਕਰਦੀ ਹੈ। ਤਾਂ ਹਾਊਐਵਰ ਦੇ ਡੋਂਟ ਟੇਕ ਡਾਟਾ ਫਲੋ ਇਨਟੂ ਦਾ ਅਕਾਊਂਟ ਦੇ ਵਿੱਚ ਫਲੋ ਨਹੀਂ ਲੈਂਦੀ। ਤਾਂ ਡਾਟਾ ਫਲੋ ਔਰ ਇਨਫੋਰਮੇਸ਼ਨ ਫਲੋ ਮੀਨਸ ਪੈਰਾਮੀਟਰ ਪਾਸਿੰਗ ਐਂਡ ਵੈਰੀਏਬਲ ਐਕਸੈਸ। ਡਾਟਾ ਫਲੋ ਜਾਂ ਇਨਫੋਰਮੇਸ਼ਨ ਫਲੋ ਦਾ ਮਤਲਬ ਵੀ ਇਹ ਹੁੰਦਾ ਵੀ ਜਿਹੜੇ ਆਪਾਂ ਪੈਰਾਮੀਟਰ ਪਾਸ ਕਰਦੇ ਅਤੇ ਵੈਰੀਏਬਲ ਨੂੰ ਕੀ ਕਰਦੇ ਹਾਂ? ਐਕਸੈਸ ਕਰਦੇ ਹਾਂ। ਤਾਂ ਬੇਸਿਸ ਆਫ ਦਾ ਇਨਫੋਰਮੇਸ਼ਨ ਫਲੋ ਮੈਟ੍ਰਿਕਸ ਇਜ਼ ਫਾਊਂਡਡ ਅਪੋਨ ਦਾ ਫੋਲੋਇੰਗ ਬੇਸਿਸ, ਕੁਝ ਬੇਸਿਸ
से आप ਉਹਨੂੰ फाइंड आउट करते हैं। द मोस्ट सिस्टम कंसिस्ट ऑफ द कंपोनेंट एंड इट्स वर्क द दीज कंपोनेंट डू द हाउ दे आर बुलेट इन टूगैदर दैट अफैक्ट द कंपलैक्सिटी ऑफ द सिस्टम। ਜਿਹੜੇ ਬਹੁਤ ਸਾਰੇ ਕੰਪੋਨੈਂਟ ਹੁੰਦੇ ਨੇ ਸਿਸਟਮ ਦੇ ਵਿੱਚ ਜਿਹਦੇ ਵਿੱਚ ਆਪਾਂ ਕੰਮ ਕਰਦੇ ਹਾਂ ਵੀ ਉਹ ਕਿਵੇਂ ਫਲੋ ਕਰਦੇ ਨੇ, ਵੀ ਉਹ ਇੱਕ ਦੂਜੇ ਦੇ ਨਾਲ ਕਿਵੇਂ ਜੁੜਦੇ ਨੇ ਕਿਸੇ ਵੀ ਸਿਸਟਮ ਦੇ ਵਿੱਚ। ਇਫ ਦਾ ਕੰਪੋਨੈਂਟ ਹੈਜ਼ ਟੂ ਡੂ ਮੈਨੀ ਡਿਸਕ੍ਰੀਟ ਟਾਸਕ, ਅਲੱਗ-ਅਲੱਗ ਟਾਸਕ ਦਿੱਤੀਆਂ ਗਈਆਂ ਜਿਹੜੀਆਂ ਕੰਪੋਨੈਂਟ ਆਪਾਂ ਯੂਜ਼ ਕਰ ਰਹੇ ਹਾਂ, ਇਟ ਇਜ਼ ਸੈਡ ਟੂ ਬੀ ਦਾ ਲੇਕ ਆਫ ਚੁਆਇਜ਼ਨ, ਤਾਂ ਉਹਦਾ ਮਤਲਬ ਕਿ ਚੁਆਇਜ਼ਨ ਦੀ ਘਾਟ ਹੈ। ਇਫ ਇਟ ਇਜ਼ ਪਾਸਿਸ information to another and or accept information from many other component with the system, it said to be the highly coupled। मतलब जे ਇਹਦੇ ਵਿੱਚ ਇਨਫੋਰਮੇਸ਼ਨ ਜਿਹੜੀ ਪਾਸ ਹੋ ਰਹੀ ਆ ਰਹੀ ਆ ਜਾਂ ਇਨਫੋਰਮੇਸ਼ਨ ਐਕਸੈਪਟ ਹੋ ਰਹੀ ਆ ਦੂਸਰੇ ਕੰਪੋਨੈਂਟ ਤੋਂ, ਤਾਂ ਉਹਨੂੰ ਹਾਈਲੀ ਕੀ ਬੋਲਦੇ ਨੇ ਆਪਾਂ, ਕਪਲਡ। ਸਿਸਟਮ ਥਿਊਰੀ ਟੈਲਸ ਅਸ ਦਾ ਕੰਪੋਨੈਂਟ, ਜਿਹੜੀ ਸਿਸਟਮ ਥਿਊਰੀ ਆ ਉਹ ਕੰਪੋਨੈਂਟ ਨੂੰ ਕਹਿੰਦੀ ਹੈ ਦੈਟ ਆਰ ਦਾ ਹਾਈਲੀ ਕਪਲਡ ਐਂਡ ਦੈਟ ਲੇਕ ਅਪ ਚੁਆਇਜ਼ਨ ਟੈਨ ਟੂ ਬੀ ਲੈਸ ਔਰ ਰੀਅਲੇਬਲ। ਕਹਿੰਦੇ ਕਪਲਡ ਦਾ ਹਾਈਲੀ ਹੈਗੀ ਆ, ਪੇਅਰਸ ਦਾ ਯੂਜ਼ ਕਰ ਰਹੀ ਆ, ਬਟ ਕੀ ਆ ਉਹ ਚੁਆਇਜ਼ਨ ਉਹਨਾਂ ਦੀ ਸਹੀ ਨਹੀਂ ਹੈਗੀ, ਮਤਲਬ ਕੀ ਆ ਉਹ ਘੱਟ ਰੀਅਲੇਬਲ ਹੈ, ਅਤੇ ਲੈਸ ਕੀ ਆ ਮੇਨਟੇਨੇਬਲ ਹੈ, ਅਤੇ ਦੈਨ ਦੋਜ਼ ਦੇ ਆਰ ਲੂਜ਼ਲੀ ਕਪਲਡ ਐਂਡ ਦੇ ਆਰ ਚੁਆਇਜ਼ਨ। ਤਾਂ ਕਰਕੇ ਇਹ ਘੱਟ ਕਪਲਡ ਹੁੰਦੇ ਨੇ, ਵੀ ਜ਼ਿਆਦਾ ਬੈਸਟ ਹੈ ਜਿਹੜੇ ਨਹੀਂ ਮੰਨੇ ਜਾਂਦੇ। ਚੁਆਇਜ਼ਨ ਰੈਫਰ ਟੂ ਡਿਗਰੀ ਟੂ ਵਿਚ ਆ ਮੋਡਿਊਲ ਇੰਸਟਰਕਸ਼ਨਸ ਆਰ ਫੰਕਸ਼ਨਲੀ ਰਿਲੇਟਡ, ਜਿਹੜੇ ਇੱਕ ਦੂਜੇ ਦੇ ਨਾਲ ਕਿਵੇਂ ਉਹ ਰਿਲੇਟਡ ਹੁੰਦੇ ਨੇ। ਤਾਂ ਚੁਆਇਜ਼ਨ ਇਸ ਕੀ ਹੁੰਦੀ ਹੈ ਆਪਣੇ ਕੋਲੇ, ठीक है। चॉइजन रैफर टू डिग्री टू विच आ मॉड्यूल इंस्ट्रक्शनस आर फंक्शनली रिलेटेड, मतलब कि मॉड्यूल के जी इंस्ट्रक्शनस एक दूजे नाल किवें रिलेटेड ने। तो चॉइजन इज की मीजर ऑफ द स्ट्रेंथ ऑफ द एसोसीएशन ऑफ एलीमेंट विद इन द मॉड्यूल। तो ये आप स्ट्रेंथ मीजर करते हैं एलीमेंट्स की जोड़े आप मॉड्यूल के नाल चूज करते हैं। अगे है कपलिंग। कपलिंग की होंगे द एक्सटेंस टू विच मॉड्यूल आर इंडिपेंडेंट इज कॉल्ड कपलिंग। जोड़े मॉड्यूल एक दूजे पर डिपेंड नहीं करते उन्होंने की बोलते हैं आप कपलिंग बोलते हैं। तो कपलिंग इज प्रॉपर्टी ऑफ कलैक्शन ऑफ मॉड्यूल, प्रॉपर्टी है कादी कलैक्शन होंगी है मॉड्यूल्स की। तो डीकंपोजिशन शुड बी डन इन सच अ वे दैट मॉड्यूल आर इंडिपेंडेंट एज पॉसीबल फ्रॉम वन अनदर। तो डीकंपोजिशन ये मतलब की होंगी है मॉड्यूल के मतलब डन होंगी है भी आप एक दूजे पर डिपेंड है जोड़े नहीं करते। तो प्रोग्राम अपीयरिंग ऑन द स्ट्रक्चर चार्ट आर एवैल्यूएटेड रिलेटेड टू देयर डिग्री ऑफ कपलिंग। जी प्रोग्राम आप शो करते हैं स्ट्रक्चर चार्ट के, ठीक है जी, वो की होंगी है कपलिंग की डिग्री के नाल ही रिलेटेड होंगी है। तो लूजली कपल्ड मीनस दैट मॉड्यूल आर लैस लाइकली टू बी डिपेंडेंट ऑन द अदर। तो लूजली कपल्ड का मतलब यही होंगे भी जोड़े मॉड्यूल एक दूजे पर डिपेंडेंट होंगे ने, ठीक है जी। लूजली कपल्ड मतलब होंगे भी जोड़े मॉड्यूल एक दूजे पर डिपेंड करते हैं। जो फुली कपलिंग की गल की गई है वो एक दूजे के मॉड्यूल है जोड़े इंडिपेंडेंट होंगे ने। तो कपलिंग इज द लैवल ऑफ डिपेंडेंसी दैट एग्जिस्ट बिटवीन द मॉड्यूल। जोड़ा कपलिंग वो लैवल है डिपेंडेंसी का, जोड़ा मतलब कि की करता है जोड़े मॉड्यूल आप यूज़ करते हैं उन्होंने की होंगे एक दूजे नाल डिपेंडेंट होंगे। तो सम डेफिनेशन ऑफ कंपोनेंट। कंपोनेंट की है पीस ऑफ कंपाइल्ड सॉफ्टवेयर है विच इज़ ऑफरिंग अ सर्विस। एक मतलब कि पूरे का पूरा सॉफ्टवेयर होंगे कंपाइल्ड जोड़ा मतलब सर्विस प्रोवाइड करवाता। कंपोनेंट इज़ अ मिनिमम पीस ऑफ फंक्शनैलिटी इन सिस्टम और सब सिस्टम दैट कैन बी रिमूवड विदाउट अफेक्टिंग द इंटीग्रिटी ऑफ द सिस्टम और सब सिस्टम। ये जो कंपोनेंट है मिनिमम पीस ऑफ फंक्शनैलिटी मतलब घट तो घट फंक्शन परफॉर्म करता, तां करके अपन सिस्टम के ईजिली की कर लें रिमूव कर सकते हैं। कंपोनेंट इज डिफाइंड इज कलैक्शन ऑफ कोऑपरेटिंग ऑब्जेक्ट भी होंगे, ठीक है जी, विद अ क्लीयरली डिफाइंड बाउंड्री टू अदर ऑब्जेक्ट और कंपोनेंट। दूजिया बाउंड्री क्लीयरली डिफाइन कर दिंदा। ऑब्जेक्ट इनसाइड अ कंपोनेंट टाइपिकली आर वाइंड टाइटली एक दूजे के नाल मतलब कनैक्टेड होंगे ने। तो वाइड इंटरैक्शन अक्रॉस द कंपोनेंट बाउंड्री इज रिलेटिवली वीक, मतलब कि वो जी कंपोनेंट की बाउंड्री आ वो वीक होंगी है, ठीक है जी। बाकी ये जी इनफॉर्मेशन फ्लो मैट्रिक्स मॉडल है द डिग्री ऑफ द चॉइस एंड कपलिंग फॉर द पार्टिकुलर सिस्टम कंपोनेंट, वही चीज़ां रजे बार बार रिपीट हो रही ने, ठीक है। तो वो की होगा बस यही मैं तुहानूं दसदा इनफॉर्मेशन फ्लो के आप इन तो फैन आउट दो चीज़ों जो यूज़ करते हैं। जिमें एक अपने को नीचे देखो प्रोजैक्ट एनालाइजर का बारे गल की है। ट्रैडिशनली यूज़ द फॉलोइंग फार्मूला यूज़ करते हैं भी जे आप फैन इन की गल करिए जी आप एफ इन इज इक्वल टू की है फैन इन फिन। तो प्रोसीजर कॉल्ड किए जाते हैं, पैरामीटर रीड किए जाते हैं तो ग्लोबल वेरीएबल रीड किए हैं, मतलब सारी चीज़ां रीड करते। रीड मतलब कि एंटर करना, इनपुट ऐड करना। इनफॉर्मेशन फैन आउट का गल की है अपने को एस्टीमेट का इनफॉर्मेशन आ प्रोसीजर और रिटर्न। फिर ये इनफॉर्मेशन आ जी आप मतलब कि प्रोसीजर वह एस्टीमेट लगाना। फैन आउट फिट इफ आउट की अपने को प्रोसीजर दैट कॉल दिस प्रोसीजर, मतलब प्रोसीजर दैट कॉल जो कॉल वाला इस प्रोसीजर के लिए कॉल किया उन्होंने गल करते हैं। प्लस बाय रैफरेंस मतलब कि उन्होंने एड्रैस है पैरामीटर्स का टू रिटर्न टू, मतलब ये आप आउटपुट शो करने के लिए पैरामीटर यूज़ करते। तो ग्लोबल वेरीएबल रिटर्न टू ग्लोबल वेरीएबल भी की किए जाते हैं राइट किए
ਕੀਤੇ ਜਾਂਦੇ ਨੇ। ਤਾਂ IFO ਇਨਫੋਰਮੇਸ਼ਨ ਫੈਨ ਇਨ ਮਲਟੀਪਲਾਈ ਫੈਨ ਆਊਟ ਦੋਨਾਂ ਦੀ ਮਲਟੀਪਲਾਈ ਕਰਦੇ ਆ। ਕਹਿੰਦੇ ਫਰੋਮ ਇਫ ਇਨ ਐਂਡ ਇਫ ਆਊਟ ਵਨ ਕੈਨ ਕੈਲਕੂਲੇਟ ਅ ਨਿਊ ਮੈਟ੍ਰਿਕਸ ਇਨਫੋਰਮੇਸ਼ਨਲ ਫੈਨ ਇਨ ਫੈਨ ਆਊਟ ਮਤਲਬ ਆਪਾਂ ਨਵੀਂ ਇਨਫੋਰਮੇਸ਼ਨ ਇਹਦੇ ਉੱਪਰੋਂ ਕੀ ਹੈ ਲੈ ਸਕਦੇ ਹਾਂ। IFIO is reportedly good in predicting the effort needed for implementing a procedure but not so good at the measuring the complexity। ਕੀ ਹੈ ਕਹਿੰਦੇ ਜਿਹੜੀ IF ਜਾਂ IOIs ਰਿਪੋਰਟਲੀ ਗੁੱਡ ਤਾਂ ਹੁੰਦੀ ਆ ਮਤਲਬ ਕਿ ਭਵਿੱਖ ਦੇ ਵਿੱਚ ਆਪਾਂ ਐਫਰਟ ਵਗੈਰਾ ਦੀ ਜਿਹੜੀ ਐਡਵਰਟਾਈਜ਼ਮੈਂਟ ਤਾਂ ਲਗਾ ਸਕਦੇ ਹਾਂ ਮਤਲਬ ਉਹਦੇ ਬਾਰੇ ਆਪਾਂ ਗੱਲ ਤਾਂ ਕਰ ਸਕਦੇ ਹਾਂ ਬਟ ਕੀ ਹੈ ਇਹ ਗੁੱਡ ਨਹੀਂ ਹੁੰਦੀ ਕੰਪਲੈਕਸਿਟੀ ਮੇਜ਼ਰ ਕਰਨ ਦੀ। ਠੀਕ ਹੈ ਜੀ ਅੱਗੇ ਆ ਗਿਆ ਆਪਣੇ ਕੋਲੇ ਨੈਕਸਟ ਟੌਪਿਕ ਹੈ ਤੁਹਾਡਾ ਕੋਡਿੰਗ। ਕੋਡਿੰਗ ਦੇ ਵਿੱਚ ਕੀ ਹੈ ਬੇਟਾ ਤੁਹਾਡੇ ਕੋਲੇ ਜਿਹੜੀ ਕੋਡਿੰਗ ਹੁੰਦੀ ਆ ਮਤਲਬ ਕਿ ਜੋ ਵੀ ਆਪਾਂ ਪ੍ਰੋਗਰਾਮ ਨੂੰ ਰਾਈਟ ਕਰਦੇ ਹਾਂ ਵੀ ਸੋਰਸ ਕੋਡ ਲਿਖਿਆ ਜਾਂਦਾ ਤਾਂ ਉਹਨੂੰ ਕੀ ਬੋਲਦੇ ਆਪਾਂ ਕੋਡਿੰਗ ਬੋਲਦੇ ਹਾਂ। ਕਹਿੰਦੇ ਇਨ ਕੋਡਿੰਗ ਡਿਫਰੈਂਟ ਮੋਡਿਊਲ ਆਈਡੈਂਟੀਫਾਈਂਗ ਦਾ ਡਿਜ਼ਾਈਨ ਡਾਕੂਮੈਂਟ। ਕਹਿੰਦੇ ਜਿਹੜੇ ਕੋਡਿੰਗ ਆ ਇਹਦੇ ਵਿੱਚ ਮਤਲਬ ਕਿ ਅਲੱਗ-ਅਲੱਗ ਡਾਕੂਮੈਂਟ ਨੂੰ ਡਿਜ਼ਾਈਨ ਕਰਨ ਲਈ ਅਲੱਗ-ਅਲੱਗ ਆਪਾਂ ਮੋਡਿਊਲ ਯੂਜ਼ ਕਰਦੇ ਹਾਂ। ਇਟ ਮੇ ਬੀ ਰੀਕੋਲੈਕਟਡ ਦੈਟ ਐਟ ਦਾ ਐਂਡ ਆਫ ਦਾ ਡਿਜ਼ਾਈਨ ਫੇਸ ਮਤਲਬ ਕਿ ਇਹ ਕੀ ਹੈ ਰੀਕੋਲੈਕਟਡ ਵੀ ਹੋ ਸਕਦੇ ਨੇ। ਠੀਕ ਹੈ ਐਂਡ ਆਫ ਦਾ ਡਿਜ਼ਾਈਨ ਫੇਸ ਤਾਂ ਵੀ ਹੈਵ ਨਾਟ ਓਨਲੀ ਦਾ ਮੋਡਿਊਲ ਸਟਰਕਚਰ ਆਫ ਦਾ ਸਿਸਟਮ ਬਟ ਆਲਸੋ ਦਾ ਮੋਡਿਊਲ ਸਪੈਸੀਫਿਕੇਸ਼ਨ ਵੇਅਰ ਦਾ ਡਾਟਾ ਸਟਰਕਚਰ ਐਂਡ ਐਲਗੋਰਿਥਮ ਫਾਰ ਦਾ ਈਚ ਮੋਡਿਊਲ ਔਰ ਸਪੈਸੀਫਿਕ। ਇਹਦੇ ਵਿੱਚ ਸਿਰਫ ਆਪਾਂ ਨੂੰ ਇਹੀ ਨਹੀਂ ਜਾਣਨਾ ਪੈਂਦਾ ਵੀ ਮੋਡਿਊਲ ਦਾ ਸਟਰਕਚਰ ਕੀ ਆ ਪਰ ਆਪਾਂ ਇਹਦੇ ਵਿੱਚ ਇਹ ਵੀ ਦੇਖਦੇ ਮੋਡਿਊਲ ਹੈ ਕੀ ਆ ਕਿਸ ਟਾਈਪ ਦਾ ਡਾਟਾ ਸਟਰਕਚਰ ਯੂਜ਼ ਕਰ ਰਿਹਾ ਐਲਗੋਰਿਥਮ ਕਿਸ ਟਾਈਪ ਦਾ ਯੂਜ਼ ਕਰ ਰਿਹਾ। ਤਾਂ ਸੋ ਦਾ ਕੋਡਿੰਗ ਇਜ਼ ਟੂ ਬੀ ਟਰਾਂਸਪੋਰਟ ਦਾ ਡਿਜ਼ਾਈਨ ਆਫ ਦਾ ਸਿਸਟਮ ਦਾ ਜਿੱਦਾਂ ਦਾ ਡਿਜ਼ਾਈਨ ਹੁੰਦਾ ਕੋਡਿੰਗ ਉੱਦਾਂ ਹੀ ਕੀਤੀ ਜਾਂਦੀ ਹੈ। ਤਾਂ ਐਜ਼ ਗਿਵਨ ਦਾ ਇਟਸ ਮੋਡਿਊਲ ਸਪੈਸੀਫਿਕੇਸ਼ਨ ਇਨਟੂ ਹਾਈ ਲੈਵਲ ਲੈਂਗੁਏਜ ਕੋਡ ਐਂਡ ਦੈਨ ਇਟ ਟੂ ਯੂਨਿਟ ਦਿਸ ਟੈਸਟਿੰਗ। ਤਾਂ ਹਾਈ ਲੈਵਲ ਲੈਂਗੁਏਜ ਕੋਡ ਦੇ ਵਿੱਚ ਜਿਹੜੇ ਕੋਡ ਲਿਖੇ ਜਾਂਦੇ ਉਹਨੂੰ ਕੀ ਬੋਲ ਦਿੰਦੇ ਆਪਾਂ ਕੋਡਿੰਗ ਬੋਲਦੇ ਹਾਂ। ਵਟ ਇਜ਼ ਦਾ ਕੋਡਿੰਗ ਇਜ਼ ਪ੍ਰੋਸੈਸ ਆਫ ਟਰਾਂਸਫਰਿੰਗ ਦਾ ਪ੍ਰੋਗਰਾਮ ਡਿਜ਼ਾਈਨ ਇਨਟੂ ਦਾ ਕੋਡ। ਜਿਹੜਾ ਪ੍ਰੋਗਰਾਮ ਦਾ ਆਪਾਂ ਡਿਜ਼ਾਈਨ ਬਣਾਉਂਦੇ ਹਾਂ ਉਹਨੂੰ ਕਾਹਦੇ ਵਿੱਚ ਚੇਂਜ ਕੀਤਾ ਜਾਂਦਾ ਕੋਡ ਦੇ ਵਿੱਚ ਕੀਤਾ ਜਾਂਦਾ। ਤਾਂ ਕੋਡ ਇਸ ਕੀ ਹੈ ਕੰਪਿਊਟਰ ਲੈਂਗੁਏਜ ਹੁੰਦੇ ਆ ਫਾਰਮੈਟ ਹੁੰਦੇ ਆ ਜਿਹੜੇ ਅੰਡਰਸਟੂਡ ਕੀਤੇ ਜਾਂਦੇ ਕਾਹਦੇ ਦੁਆਰਾ ਕੰਪਿਊਟਰ ਦੇ ਦੁਆਰਾ। ਤਾਂ ਕੋਡਿੰਗ ਪ੍ਰੋਸੈਸ ਕ੍ਰੀਏਟ ਦਾ ਐਕਚੁਅਲ ਪ੍ਰੋਗਰਾਮ ਕੋਡਿੰਗ ਫੇਸ ਆਫ ਦਾ ਪ੍ਰੋਜੈਕਟ ਕਨੈਕਟ ਦਾ ਪ੍ਰੋਗਰਾਮ ਡਿਜ਼ਾਈਨ ਇਨਟੂ ਦਾ ਕੰਪਿਊਟਰ ਇੰਸਟਰਕਸ਼ਨ। ਜਿਹੜਾ ਕੋਡਿੰਗ ਪ੍ਰੋਸੈਸ ਦਾ ਕੰਮ ਕੀ ਹੈ ਇੱਕ ਐਕਚੁਅਲ ਪ੍ਰੋਗਰਾਮ ਕ੍ਰੀਏਟ ਕਰਦੀ ਹੈ ਕੋਡਿੰਗ ਫੇਸ ਦਾ ਜਿਹਦੇ ਵਿੱਚ ਕੀ ਕਰਦਾ ਆਪਾਂ ਜਿਹੜਾ ਪ੍ਰੋਗਰਾਮ ਦਾ ਡਿਜ਼ਾਈਨ ਉਹਨੂੰ ਕੰਪਿਊਟਰ ਇੰਸਟਰਕਸ਼ਨ ਦੇ ਅਕੋਰਡਿੰਗ ਕੀ ਕਰ ਦਿੰਦੇ ਆ ਚੇਂਜ ਕਰ ਦਿੰਦੇ ਕਾਹਦੇ ਵਿੱਚ ਕੋਡਿੰਗ ਦੇ ਵਿੱਚ। ਤਾਂ ਇੰਸਟਰਕਸ਼ਨਸ ਆਰ ਰਿਟਨ ਇਨ ਗਿਵਨ ਪ੍ਰੋਗਰਾਮਿੰਗ ਲੈਂਗੁਏਜ ਜਿਵੇਂ ਲਿਐਕ ਹੋ ਗਿਆ ਸੀ ਹੋ ਗਿਆ FF ਡਾਟ ਹੋ ਗਿਆ ਜਾਵਾ ਹੋ ਗਈ VB ਹੋ ਗਈ ਇਹਨਾਂ ਦੇ ਵਿੱਚ ਆ ਜਿਹੜੀ ਪ੍ਰੋਗਰਾਮਿੰਗ ਹੈ ਜਿਹੜੀ ਲੈਂਗੁਏਜ ਦੇ ਵਿੱਚ ਆਪਾਂ ਕਿਸੇ ਵੀ ਇੰਸਟਰਕਸ਼ਨਸ ਨੂੰ ਰਾਈਟ ਆਊਟ ਕਰਦੇ ਤਾਂ ਉਹਨੂੰ ਕੀ ਬੋਲ ਦਿੰਦੇ ਆਪਾਂ ਕੋਡਿੰਗ ਕਹਿੰਦੇ ਹਾਂ। ਤਾਂ ਇੰਸਟਰਕਸ਼ਨਸ ਆਰ ਰਿਟਨ ਇਨ ਦਾ ਗਿਵਨ ਪ੍ਰੋਗਰਾਮਿੰਗ ਲੈਂਗੁਏਜ ਮਸਟ ਫੋਲੋਇੰਗ ਦਾ ਲੈਂਗੁਏਜ ਸੈਂਟੈਕਸ ਇਜ਼ ਰੂਲ ਫॉर ਵੈਰੀਫਾਈਂਗ ਫਾਰਮੈਟ ਪਤਾ ਲੱਗੇ ਨਾ ਪਾਰਟੀਕੂਲਰ ਲੈਂਗੁਏਜ ਦਾ ਕੀ ਆ। ਠੀਕ ਹੈ ਜਿੰਨੇ ਵੀ ਆਪਾਂ ਇਹਦੇ ਵਿੱਚ ਫੇਸ ਦੇ ਆਪਣੇ ਕੋਲੇ ਪ੍ਰੋਗਰਾਮ ਨੂੰ ਕੀ ਕੀਤਾ ਜਾਂਦਾ ਰਿਮੂਵ ਕੀਤਾ ਜਾਂਦਾ ਸਮਿੰਟਿੰਗ ਸੈਂਡੈਕਸ ਵਗੈਰਾ ਲੌਜੀਕਲ ਐਰਰ ਜਿਹੜੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਵੀ ਆਪਾਂ ਕੀ ਕਰਦੇ ਹਾਂ ਰਿਮੂਵ ਆ ਜਿਹੜਾ ਕਰ ਸਕਦੇ ਹਾਂ। ਅਤੇ ਜਿਹੜਾ ਗੁੱਡ ਸੌਫਟਵੇਅਰ ਹੁੰਦਾ ਡਿਵੈਲਪਮੈਂਟ ਆਰਗੇਨਾਈਜੇਸ਼ਨ ਐਡਹੈਰ ਟੂ ਸਮ ਵੈਲ ਡਿਫਾਈਨਡ ਐਂਡ ਸਟੈਂਡਰਡ ਸਟਾਈਲ ਆਫ ਕੋਡਿੰਗ ਕਾਲਡ ਆ ਕੋਡਿੰਗ ਸਟੈਂਡਰਡ ਜਿਹਦੇ ਲਈ ਕੁਝ ਮਤਲਬ ਪ੍ਰੋਟੋਕੋਲ ਕੁਝ ਰੂਲਸ ਦੀ ਵਰਤੋਂ ਕਰਕੇ ਜਦੋਂ ਕਿਸੇ ਵੀ ਕੋਡਿੰਗ ਨੂੰ ਡਿਜ਼ਾਈਨ ਕੀਤਾ ਜਾਂਦਾ ਜਾਂ ਕੋਡਿੰਗ ਕੀਤੀ ਜਾਂਦੀ ਹੈ ਤਾਂ ਉਹਨੂੰ ਕੀ ਬੋਲ ਦਿੰਦੇ ਆ ਕੋਡਿੰਗ ਸਟੈਂਡਰਡ ਦੇ ਨਾਮ ਨਾਲ ਜਾਣਿਆ ਜਾਂਦਾ। ਇਹਦੇ ਲਈ ਕਹਿੰਦੇ ਜਿਹੜੇ ਕੋਡਿੰਗ ਦੇ ਕੁਝ ਰੀਜ਼ਨਸ ਆ ਜਾਂਦੇ ਨੇ ਜਿਵੇਂ ਇਟ ਗੇਵ ਆ ਯੂਨੀਫਾਰਮ ਅਪੀਅਰੈਂਸ ਟੂ ਕੋਡ ਰਿਟਨ ਬਾਈ ਡਿਫਰੈਂਟ ਇੰਜੀਨੀਅਰ ਜਿਹੜੇ ਅਲੱਗ-ਅਲੱਗ ਇੰਜੀਨੀਅਰਿੰਗ ਦੇ ਦੁਆਰਾ ਕੋਡ ਲਿਖੇ ਜਾਂਦੇ ਇਹਨੂੰ ਸਿਰਫ ਇਕੱਲਾ ਜਾਣਾ ਹੀ ਦੇਖ ਸਕਦਾ ਹੁੰਦਾ। ਇਹਨੇ ਹੈਸ਼ ਕੋਡ ਅੰਡਰਸਟੈਂਡਿੰਗ ਇਹਦੇ ਨਾਲ ਮਤਲਬ ਕੋਡ ਦੀ ਅੰਡਰਸਟੈਂਡਿੰਗ ਦੀ ਵੀ ਹੁੰਦੀ ਆ ਵੱਧ ਜਾਂਦੀ ਆ। ਅਤੇ ਇਟ ਇਨਕੋਰੇਜ ਗੁੱਡ ਪ੍ਰੋਗਰਾਮਿੰਗ ਪ੍ਰੈਕਟਿਸ ਇਹਦੇ ਨਾਲ ਮਤਲਬ ਕਿ ਪ੍ਰੋਗਰਾਮਿੰਗ ਦੀ ਜਿਹੜੀ ਪ੍ਰੈਕਟਿਸ ਆ ਉਹ ਵਧੀਆ ਹੋ ਜਾਂਦੀ ਆ। ਇਨ ਦਿਸ ਫੇਸ ਐਵਰੀ ਮੋਡਿਊਲ ਇਜ਼ ਆਈਡੈਂਟੀਫਾਈ ਐਂਡ ਸਪੈਸੀਫਾਈਡ ਇਨ ਦਾ ਡਿਜ਼ਾਈਨ ਡਾਕੂਮੈਂਟ ਐਂਡ ਆਰ ਕੋਡਡ ਅਕੋਰਡਿੰਗ ਟੂ ਦਾ ਮੋਡਿਊਲ ਦੇ ਅਕੋਰਡਿੰਗ ਆਪਾਂ ਉਹਦੀ ਕੋਡਿੰਗ ਹੈ ਜਿਹੜੀ ਕਰਦੇ ਹਾਂ ਜਿਸ ਤਰ੍ਹਾਂ ਕਿ ਆਪਾਂ ਡਿਜ਼ਾਈਨ ਕੀਤਾ ਇਹਦੇ ਓਬਜੈਕਟਿਵ ਕੀ ਆ ਟੂ ਕਨਵਰਟ ਦਾ ਪ੍ਰੋਗਰਾਮ ਡਿਜ਼ਾਈਨ ਇਨਟੂ ਕੋਡ ਐਜ਼ ਪਰ ਦਾ ਸਪੈਸੀਫਿਕੇਸ਼ਨ ਜਿਹੜੀਆਂ ਕਨਵਰਟ ਕਰਦਾ ਪ੍ਰੋਗਰਾਮ ਦਾ ਜਿਹੜਾ ਡਿਜ਼ਾਈਨ ਆ ਉਹਨੂੰ ਕਾਹਦੇ ਵਿੱਚ ਕਨਵਰਟ ਕੀਤਾ ਜਾਂਦਾ ਕੋਡ ਦੇ ਵਿੱਚ ਕੀਤਾ ਜਾਂਦਾ ਐਜ਼ ਪਰ ਦਾ ਸਪੈਸੀਫਿਕੇਸ਼ਨ। ਤਾਂ ਟੂ ਐਲੀਮੀਨੇਟ ਦਾ ਐਰਰ ਇਨ ਦਾ ਪ੍ਰੀਵੀਅਸ ਪੇਜ ਤਾਂ ਪ੍ਰੀਵੀਅਸ ਪੇਜ ਦੇ ਵਿੱਚੋਂ ਆਪਾਂ ਐਰਰ ਨੂੰ ਵੀ ਕੀ ਕਰ ਸਕਦੇ ਹਾਂ ਰਿਮੂਵ ਆ ਜਿਹੜਾ ਕਰ ਸਕਦੇ। ਇਸ ਤੋਂ ਬਾਅਦ ਆ ਕਿ ਆਪਣੇ ਕੋਲ ਕੋਡਿੰਗ ਦਾ ਸਟੈਂਡਰਡ ਮੈਥਡ ਕੀ ਯੂਜ਼ ਕਰਦੇ ਆ ਕਹਿੰਦੇ ਆਰਗੇਨਾਈਜੇਸ਼ਨ ਆਫ ਦਾ ਸੌਫਟਵੇਅਰ ਡਿਵੈਲਪਮੈਂਟ ਐਡਹੈਰ ਠੀਕ ਹੈ ਆਪਣੇ ਕੋਲ ਐਡਹੇਅਰ ਟੂ ਸਮ ਵੈਲ ਡਿਫਾਈਨਡ ਐਂਡ ਸਟੈਂਡਰਡ ਇਨ ਅਦਰ ਵਰਡਸ ਦੇਅਰ ਸੈਟ ਆਫ ਸਟੈਂਡਰਡ ਪ੍ਰੋਵਾਈਡਡ ਦਾ ਸਟੈਂਡਰਡ ਟੂ ਰਾਈਟ ਮਤਲਬ ਕਿ ਇਹਦੇ ਵਿੱਚ ਇਹੀ ਚੀਜ਼ ਲਿਖਣੀ ਹੈ ਵੀ ਕਿਸੇ ਵੀ ਪ੍ਰੋਗਰਾਮ ਨੂੰ ਲਿਖਣ ਦੇ ਲਈ ਕੁਝ ਆਪਾਂ ਸਟੈਂਡਰਡ ਦੀ ਵਰਤੋਂ ਕਰਦੇ ਕੁਝ ਰੂਲਸ ਦੀ ਵਰਤੋਂ ਕਰਦੇ ਤਾਂ ਉਹਨੂੰ ਕੀ ਬੋਲਦੇ ਨੇ ਆਪਾਂ ਕੋਡਿੰਗ ਸਟੈਂਡਰਡ ਦੇ ਨਾਮ ਨਾਲ ਜਾਣਦੇ ਹਾਂ ਜਿਹਦੇ ਨਾਲ ਆਪਣਾ ਪ੍ਰੋਗਰਾਮ ਕੀ ਹੁੰਦਾ ਈਜ਼ਲੀ ਰੀਡ ਹੋ ਜਾਂਦਾ ਅਤੇ ਈਜ਼ਲੀ ਕੀ ਹੋ ਜਾਂਦਾ ਆਪਣੇ ਕੋਲੇ ਅੰਡਰਸਟੈਂਡ ਆ ਜਿਹੜਾ ਹੋ ਜਾਂਦਾ। ਇਸ ਤੋਂ ਬਾਅਦ ਆ ਗਿਆ ਬੇਟਾ ਆਪਣੇ ਕੋਲ ਵਾਈ ਕੋਡਿੰਗ ਕੋਡਿੰਗ ਦਾ ਸਟੈਂਡਰਡ ਕਿਉਂ ਬਣਾਉਂਦੇ ਆਪਾਂ ਆਫਟਰ ਮੋਡਿਊਲ ਹੈਜ਼ ਬੀਨ ਕੋਡਡ ਜਦੋਂ ਆਪਾਂ ਨੂੰ ਮੋਡਿਊਲ ਦਾ ਪਤਾ ਲੱਗ ਜਾਂਦਾ ਵੀ ਆਪਾਂ ਉਹਨੂੰ ਰਾਈਟ ਕਰ ਲਿਆ ਲਿਖ ਲਿਆ ਤਾਂ ਯੂਜ਼ਲੀ ਕੋਡ ਇੰਸਪੈਕਸ਼ਨ ਐਂਡ ਕੋਡ ਵਾਕ ਥਰੂ ਆਰ ਕਹਿੰਦੇ ਕੈਰੀਡ ਆਊਟ ਟੂ ਇੰਸ਼ੋਰ ਦੈਟ ਕੋਡਿੰਗ ਸਟੈਂਡਰਡ ਆਰ ਫੋਲੋਵਰਡ ਐਂਡ ਟੂ ਡਿਟੈਕਟ ਐਜ਼ ਮੈਨੀ ਐਰਰ ਕੋਡਿੰਗ ਸਟੈਂਡਰਡ ਆਪਾਂ ਕੀ ਕਰਦੇ ਹਾਂ ਕੋਡਿੰਗ ਦੇ ਵਿੱਚੋਂ ਐਰਰ ਨੂੰ ਡਿਟੈਕਟ ਕਰਨ ਦੇ ਲਈ ਆਪਾਂ ਕੀ ਕਰਦੇ ਹਾਂ ਯੂਜ਼ ਕਰਦੇ ਬਿਫੋਰ ਦਾ ਟੈਸਟਿੰਗ ਕਰਨ ਤੋਂ
ਪਹਿਲਾਂ। ਇਟ ਇਜ਼ ਇੰਪੋਰਟੈਂਟ ਟੂ ਡਿਟੈਕਟ ਐਜ਼ ਮੈਨੀ ਐਰਰ ਐਜ਼ ਪੋਸੀਬਲ ਡਿਊਰਿੰਗ ਦਾ ਕੋਡ ਇੰਸਪੈਕਸ਼ਨ ਕੋਡ ਵਾਕ ਥਰੂ। ਇਹਦੇ ਲਈ ਆਪਾਂ ਇੰਸਪੈਕਸ਼ਨ ਕੋਡ ਵਾਕ ਥਰੂ ਦੀ ਵਰਤੋਂ ਦੇ ਦੁਆਰਾ ਹੀ ਕੀ ਕਰ ਸਕਦੇ ਹਾਂ, ਬਹੁਤ ਸਾਰੇ ਐਰਰਸ ਨੂੰ ਜਿਹੜਾ ਡਿਟੈਕਟ ਕਰ ਸਕਦੇ ਹਾਂ। ਕਾਹਦੇ ਤੋਂ ਪਹਿਲਾਂ? ਟੈਸਟਿੰਗ ਤੋਂ ਪਹਿਲਾਂ। ਠੀਕ ਹੈ ਜੀ। ਅੱਗੇ ਆਪਾਂ ਇਹਦੇ ਵਿੱਚ ਕੁਝ ਕੁ ਸਟੈਂਡਰਡ ਆ ਜਿਹੜੇ ਆਪਾਂ ਕੁਝ ਰੀਜ਼ਨ ਫੋਲੋ ਕਰਦੇ ਹਾਂ ਪ੍ਰੋਗਰਾਮਿੰਗ ਦੇ ਲਈ। ਜਿਵੇਂ ਪਹਿਲਾ, ਕੋਡਿੰਗ ਸਟੈਂਡਰਡ ਪ੍ਰੋਵਾਈਡ ਦਾ ਯੂਨੀਫਾਰਮਿਟੀ ਇਨ ਦਾ ਅਪੀਅਰੈਂਸ ਆਫ ਦਾ ਕੋਡ ਰਿਟਨ ਬਾਈ ਮਤਲਬ ਇਕੱਲਾ ਇਕੱਲਾ ਅਪੀਅਰੈਂਸ ਸ਼ੋ ਕਰਦਾ ਇੱਕ ਤਾਂ। ਦੂਸਰਾ ਕੀ ਹੈ, ਇਹਦੇ ਨਾਲ ਆਪਣਾ ਕਲੀਅਰਟੀ ਅਤੇ ਅੰਡਰਸਟੈਂਡਿੰਗ ਹੈ ਜਿਹੜੀ ਕੋਡ ਦੀ ਉਹ ਵੱਧ ਜਾਂਦੀ ਹੈ, ਇਨਹੈਸ਼ ਹੁੰਦਾ, ਇਨਕਰੀਜ਼ ਹੋ ਜਾਂਦੀ ਆ। ਇਟ ਮੋਟੀਵੇਟ ਦਾ ਗੁੱਡ ਪ੍ਰੋਗਰਾਮਿੰਗ ਪ੍ਰੈਕਟਿਸ, ਜਿਹੜਾ ਮਤਲਬ ਕੀ ਆ ਪ੍ਰੋਗਰਾਮਿੰਗ ਪ੍ਰੈਕਟਿਸ ਹੁੰਦੀ ਆ ਉਹਨੂੰ ਵੀ ਕੀ ਕਰਦੀ ਹੈ, ਇਹ ਮੋਟੀਵੇਟ ਕਰਦੀ ਹੈ। ਅਤੇ ਇਟ ਡਿਫਾਈਨ ਦਾ ਹੋਲ ਲੇਆਊਟ ਆਫ ਦਾ ਪ੍ਰੋਗਰਾਮ ਦੀ ਸਾਰੀ ਲੇਆਊਟ ਨੂੰ ਵੀ ਕੀ ਕਰਦੀ ਹੈ, ਇਹ डिफाइन करती है। इस तो बाद आ गया बेटा अपने को वेरीफिकेशन इन द इंजीनियरिंग और क्वालिटी मैनेजमेंट सिस्टम स्पैशली द सॉफ्टवेयर इज़ द एक्ट ऑफ रिव्यूइंग। वेरीफिकेशन का मतलब कि जो बहुत ही महत्वपूर्ण रोल है किसी भी सॉफ्टवेयर को डिवेलप करने के लिए। ये की काम होंगे, रिव्यूइंग कोई चीज़ दोबारा शो करनी, इंस्पैक्टिंग जांच पड़ताल करनी है, रीडिंग कोई लिखना, टेस्टिंग करनी है इन ऑर्डर टू इस्टैबलिश डॉक्यूमेंट दैट आर प्रोडक्ट सर्विस और सिस्टम मीट्स रेगूलेटरी और टैक्नीकल स्टैंडर्ड। टैक्नीकल स्टैंडर्ड रेगूलेटरी मीट्स जी सिस्टम की जरूरत है सारिया अपन की हो जाए मिल जाए। इट इज़ डन टू मिनीमाइज द कहते फ्ला एंड एरर। ये मतलब कि एरर तो फ्ला मतलब घटाने भी अपनी सहायता करती है। इट हैल्प टू इनक्रीज द रियलेबिलिटी ऑफ द सॉफ्टवेयर की भरोसेयोगता बढ़ाती है। तो सो भी डिस्कस एज आ फॉलोअर्स। जिमें इंस्पैक्शन कोड रीडिंग एंड रिव्यूज़ बारे डिस्कस करते हैं। कहते कोड रिव्यू इज किस फेस इन द सॉफ्टवेयर डिवेलपमेंट प्रोसैस। एक मतलब कि पार्ट है सॉफ्टवेयर डिवेलपमेंट प्रोसैस का इन विच द ऑथर्स ऑफ कोड peer reviewers perhaps quality insurance tester get together to review the code ਨੂੰ ਆਪਾਂ ਕੀ ਕਰ ਸਕਦੇ ਦੁਬਾਰਾ ਸ਼ੋ ਕਰ ਸਕਦੇ ਹਾਂ। ਤਾਂ ਫਾਈਂਡਿੰਗ ਐਂਡ ਕਰੈਕਟਿੰਗ ਦਾ ਐਰਰ, ਇਹਦੇ ਵਿੱਚੋਂ ਆਪਾਂ ਫਾਈਂਡ ਕਰਕੇ ਤੇ ਐਰਰ ਨੂੰ ਕੀ ਕਰ ਸਕਦੇ ਹਾਂ, ਰੈਗੂਲਰਲੀ ਕਰੈਕਟ ਵੀ ਜਿਹੜਾ ਆਪਾਂ ਕਰ ਸਕਦੇ। ਜਿਹਦੇ ਵਿੱਚ ਕੀ ਹੁੰਦਾ ਆਪਣੇ ਕੋਲ, ਜਿਵੇਂ ਕੁਝ ਰਿਵਿਊਜ਼ ਰੀਡ ਦਾ ਕਰਦਾ ਕੋਡ ਲਾਈਨ ਬਾਈ ਲਾਈਨ ਟੂ ਚੈੱਕ ਫਾਰ ਦਾ ਫਲਾ ਔਰ ਪੋਟੈਂਸ਼ੀਅਲ ਫਲਾ, ਮਤਲਬ ਇਹਦੇ ਵਿੱਚ ਸਪੈਸ਼ਲ ਫਲੋ ਮਤਲਬ ਇਸਦਾ ਫਲੋ ਕਿੰਨਾ ਕੁ ਉਸ ਚੀਜ਼ ਨੂੰ ਚੈੱਕ ਕੀਤਾ ਜਾਂਦਾ। ਫਿਰ ਇਹਦੇ ਵਿੱਚ ਸਿਮਿਲਰਿਟੀ ਚੈੱਕ ਕੀਤੀ ਜਾਂਦੀ ਹੈ, ਓਵਰਆਲ ਪ੍ਰੋਗਰਾਮ ਦੀ ਡਿਜ਼ਾਈਨ ਦੇ ਵਿੱਚ ਕਿੰਨੀਆਂ ਕੁ ਚੀਜ਼ਾਂ ਸਿਮਿਲਰ ਨੇ। ਫਿਰ ਕੁਆਲਿਟੀ ਦੇਖਦੇ ਹਾਂ ਆਪਾਂ, ਕਮੈਂਟਸ ਵਗੈਰਾ ਦੀ ਇਕੁਅਲਿਟੀ ਕਿਸ ਟਾਈਪ ਨਾਲ ਆਪਾਂ ਇਹਨੂੰ ਯੂਜ਼ ਕਰਨਾ। ਐਡਹੈਰੈਂਸ ਟੂ ਕੋਡਿੰਗ ਦਾ ਸਟੈਂਡਰਡ ਦੇ ਲਈ ਮਤਲਬ ਕੋਡਿੰਗ ਦੇ ਲਈ ਕੋਈ ਸਟੈਂਡਰਡ ਵਗੈਰਾ ਟੇਕ ਕੀਤੇ ਗਏ ਤੇ ਲੈਤੇ ਆ ਜਾਂ ਨਹੀਂ ਲੈਤੇ। ਠੀਕ ਹੈ ਜੀ। ਤਾਂ ਕੋਡ ਰਿਵਿਊ ਮੇ ਬੀ ਸਪੈਸ਼ਲੀ ਪ੍ਰੋਡਕਟਿਵ ਫਾਰ ਆਈਡੈਂਟੀਫਾਈਂਗ ਦਾ ਸਿਕਿਉਰਿਟੀ ਵਨਚੁਲੇਬਿਲਿਟੀ, ਮਤਲਬ ਕਿ ਸਿਕਿਉਰਿਟੀ ਨੂੰ ਆਈਡੈਂਟੀਫਾਈ ਕਰਵਾਉਣ ਦੇ ਲਈ ਆਪਾਂ ਕੀ ਕਰਦੇ ਇਹਨੂੰ ਯੂਜ਼ ਕਰਦਾ। ਜਿਹੜਾ ਆਪਣਾ ਕੀ ਕਰਦਾ ਸਪੈਸ਼ਲ ਐਪਲੀਕੇਸ਼ਨ ਜਿਹੜੇ ਪ੍ਰੋਗਰਾਮ ਹੁੰਦੇ ਆ ਉਹ ਆਪਣੀ ਇਸ ਪ੍ਰੋਸੈਸ ਦੇ ਵਿੱਚ ਕੀ ਕਰਦੇ ਨੇ, ਸਹਾਇਤਾ ਜਿਹੜੀ ਕਰਦੇ ਨੇ। ਠੀਕ ਹੈ। ਅੱਗੇ ਆ ਗਿਆ ਫੈਗਨ ਇੰਸਪੈਕਸ਼ਨ ਕੀ ਹੁੰਦੀ ਹੈ। ਜਿਹੜੀ ਫੈਗਨ ਇੰਸਪੈਕਸ਼ਨ ਹੁੰਦੀ ਹੈ ਇਹਦਾ ਗਰੁੱਪ ਰਿਵਿਊ ਹੁੰਦੀ ਆ, ਉਹ ਹੁੰਦੀ ਯੂਨੀਫਾਰਮਲੀ ਇਹ ਹੋਊਗੀ ਗਰੁੱਪ ਦੇ ਵਿੱਚ, ਮਤਲਬ ਸਾਰੀ ਚੀਜ਼ ਦੇਖੀ ਜਾਂਦੀ, ਦੁਬਾਰਾ ਰਿਵਿਊ ਕੀਤਾ ਜਾਂਦਾ। ਤਾਂ ਮੈਥਡ ਯੂਜ਼ ਟੂ ਇਵੈਲੂਏਟ ਦਾ ਆਊਟਪੁੱਟ ਆਫ ਦਾ ਗਿਵਨ ਪ੍ਰੋਸੈਸ, ਜਿਹੜੀ ਪ੍ਰੋਸੈਸ ਦਿੱਤੀ ਗਈ ਉਹਦੀ ਆਊਟਪੁੱਟ ਨੂੰ ਇਵੈਲੂਏਟ ਕੀਤਾ ਜਾਂਦਾ। ਤਾਂ ਫੈਗਨ ਇੰਸਪੈਕਸ਼ਨ ਡਿਫਾਈਨ ਆ ਪ੍ਰੋਸੈਸ ਐਜ਼ ਸਰਟਨ ਐਕਟੀਵਿਟੀ ਵਿਦ ਪ੍ਰੀ ਸਪੈਸੀਫਾਈਡ ਐਂਟਰੀ ਐਂਡ ਐਗਜ਼ਿਟ ਕ੍ਰਾਈਟੇਰੀਆ। ਇਹਦੇ ਵਿੱਚ ਮਤਲਬ ਕਿ ਪ੍ਰੋਸੈਸ ਦੇ ਵਿੱਚ ਦੀ ਐਕਟੀਵਿਟੀ ਦੇ ਲਈ ਕਿਹੜੇ ਕਿਹੜੇ ਪੁਆਇੰਟ ਆਪਾਂ ਐਂਟਰ ਕੀਤੇ ਅਤੇ ਕਿੱਥੋਂ ਆਪਾਂ ਇਹਨੂੰ ਬੰਦ ਕੀਤਾ। ਅਤੇ ਇਨ ਐਵਰੀ ਐਕਟੀਵਿਟੀ ਔਰ ਆਪਰੇਸ਼ਨ ਫਾਰ ਵਿਚ ਐਂਟਰੀ ਐਂਡ ਐਗਜ਼ਿਟ ਕ੍ਰਾਈਟੇਰੀਆ ਆਰ ਸਪੈਸੀਫਾਈਡ ਫੈਗਨ ਇੰਸਪੈਕਸ਼ਨ ਕੈਨ ਬੀ ਯੂਜ਼ ਟੂ ਵੈਲੀਡੇਟ ਇਫ ਦਾ ਆਊਟਪੁੱਟ ਆਫ ਪ੍ਰੋਸੈਸ ਕੰਪਾਈਲ ਵਿਦ ਦਾ ਐਗਜ਼ਿਟ ਕ੍ਰਾਈਟੇਰੀਆ ਸਪੈਸੀਫਾਈਡ ਫਾਰ ਦਾ ਪ੍ਰੋਸੈਸ। ਮਤਲਬ ਇਹਦੇ ਵਿੱਚ ਇਹ ਚੀਜ਼ ਚੈੱਕ ਕੀਤੀ ਜਾਂਦੀ ਵੀ ਆਪਾਂ ਆਊਟਪੁੱਟ ਦੇ ਲਈ ਕਿਸ ਮਤਲਬ ਕਿ ਕੰਪੋਨੈਂਟ ਨੂੰ ਆਪਾਂ ਇਹਦੇ ਵਿੱਚ ਪ੍ਰੋਸੈਸ ਦੇ ਵਿੱਚ ਐਡ ਕਰ ਰਹੇ ਹਾਂ ਜਾਂ ਨਹੀਂ ਐਡ ਕਰ ਰਹੇ। ਠੀਕ ਹੈ। ਤੇ ਐਗਜ਼ਾਮਪਲ ਆਫ ਦਾ ਐਕਟੀਵਿਟੀ ਫਾਰ ਵਿਚ ਫੈਗਨ ਇੰਸਪੈਕਸ਼ਨ, ਜਿਵੇਂ ਰਿਕੁਆਇਰਮੈਂਟ ਸਪੈਸੀਫਾਈ ਕਰਵਾਉਣਾ, ਸੌਫਟਵੇਅਰ ਇਨਫੋਰਮੇਸ਼ਨ ਸਿਸਟਮ ਆਰਕੀਟੈਕਚਰ ਚੈੱਕ ਕਰਦੇ ਹਾਂ, ਪ੍ਰੋਗਰਾਮਿੰਗ ਦੇਖਣੀ, ਸੌਫਟਵੇਅਰ ਦੀ ਟੈਸਟਿੰਗ ਕਰਨੀ। ਟਾਈਪੀਕਲੀ ਫੈਗਨ ਇੰਸਪੈਕਸ਼ਨ ਦੇ ਵਿੱਚ ਕੀ ਹੁੰਦਾ ਆਪਣੇ ਕੋਲ, ਪਲੈਨਿੰਗ ਕਰਨੀ, ਕਿਹੜੇ ਕਿਹੜੇ ਆਪਰੇਸ਼ਨ ਆ, ਪ੍ਰਪੇਅਰੇਸ਼ਨ ਕਰਨਾ, ਮਟੀਰੀਅਲ ਕਿਹੜਾ ਚਾਹੀਦਾ, ਅਰੇਂਜ ਕਰਨਾ, ਪਾਰਟੀਸਪੈਂਟ ਕਿਹੜੇ ਚਾਹੀਦੇ ਨੇ, ਮੀਟਿੰਗ ਪਲੇਸ ਦੇਖਣੀ ਵੀ ਕਿੱਥੇ ਆਪਾਂ ਮੀਟਿੰਗ ਕਰ ਰਹੇ ਹਾਂ। ਓਵਰਵਿਊ ਦੇ ਵਿੱਚ ਕੀ ਆ ਗਿਆ ਆਪਣੇ ਕੋਲ, ਗਰੁੱਪ ਐਡੂਕੇਟ ਆਫ ਪਾਰਟੀਸਪੈਂਟ ਆਨ ਦਾ ਮਟੀਰੀਅਲ ਅੰਡਰ ਰਿਵਿਊ, ਵੀ ਗਰੁੱਪ ਦੇ ਵਿੱਚ ਐਜੂਕੇਸ਼ਨ ਕਿਸ ਟਾਈਪ ਦੀ ਜਿਹੜੀ ਪਾਰਟੀਸਪੇਟਸ ਦੀ ਆ। ਠੀਕ ਹੈ ਜੀ। ਅਸਾਈਨਮੈਂਟ ਆਫ ਰੋਲ ਕਿਹਦਾ ਮਤਲਬ ਕਿ ਅਸਾਈਨਮੈਂਟ ਕਰਵਾਉਣਾ ਆਪਾਂ ਕਿਸ ਚੀਜ਼ ਨੂੰ। ਠੀਕ ਹੈ। ਪ੍ਰਪੇਅਰੇਸ਼ਨ ਦੇ ਵਿੱਚ ਕੀ ਹੁੰਦਾ, ਪਾਰਟੀਸਪੇਟਸ ਦਾ ਪ੍ਰਪੇਅਰ ਦੇ ਰੋਲ, ਪਾਰਟੀਸਪੇਟ ਆਪਣੇ ਰੋਲ ਨੂੰ ਪ੍ਰਪੇਅਰ ਕਰਦੇ ਨੇ। ਇਨਸਪੈਕਸ਼ਨ ਮੀਟਿੰਗ ਦੇ ਵਿੱਚ ਐਕਚੁਅਲ ਫਾਈਂਡਿੰਗ ਆਫ ਡਿਫੈਕਟ, ਵੀ ਮਤਲਬ ਕਿਹੜਾ ਮੇਨ ਐਰਰ ਆ ਉਸ ਚੀਜ਼ ਨੂੰ ਡਿਫੈਕਟ ਕੀਤਾ ਜਾਂਦਾ। ਰੀਵਰਕ ਦੇ ਵਿੱਚ ਕੀ ਹੁੰਦਾ, ਰੀਵਰਕ ਇਜ਼ ਅ ਸਟੈਪ ਇਨ ਸੌਫਟਵੇਅਰ ਇੰਸਪੈਕਸ਼ਨ ਵਿਚ ਦਾ ਡਿਫੈਕਟ ਫਾਊਂਡ ਡਿਊਰਿੰਗ ਦਾ ਇੰਸਪੈਕਸ਼ਨ ਮੀਟਿੰਗ ਐਜ਼ ਰਿਸੋਲਵਡ ਬਾਈ ਅਥਰ। ਕਹਿੰਦੇ ਜਿਹੜਾ ਰੀਵਰਕ ਸਟੈਪ ਹੁੰਦਾ ਇਹਦੇ ਵਿੱਚ ਕੀ ਹੁੰਦਾ, ਇੰਸਪੈਕਸ਼ਨ ਦੇ ਵਿੱਚ ਜਦੋਂ ਆਪਾਂ ਸੌਫਟਵੇਅਰ ਦੀ ਇੰਸਪੈਕਸ਼ਨ ਹੋ ਰਹੀ ਹੈ ਜਿਹੜਾ ਡਿਫੈਕਟ ਉਦੋਂ ਫਾਈਂਡ ਹੋ ਜਾਂਦਾ ਮੀਟਿੰਗ ਦੇ ਦੌਰਾਨ, ਉਹਨੂੰ ਅਥਰ ਦੇ ਦੁਆਰਾ ਕੀ ਕੀਤਾ ਜਾਂਦਾ, ਸੋਲਵ ਕੀਤਾ ਜਾਂਦਾ। ਤਾਂ ਡਿਜ਼ਾਈਨਰ ਜਾਂ ਪ੍ਰੋਗਰਾਮਰ ਦੇ ਦੁਆਰਾ। ਤਾਂ ਔਨ ਦਾ ਬੇਸਿਸ ਆਫ ਦਾ ਲਿਸਟ ਆਫ ਡਿਫੈਕਟ ਦਾ ਲੋ ਲੈਵਲ ਡਾਕੂਮੈਂਟ ਇਜ਼ ਕਰੈਕਟਡ ਅੰਟਿਲ ਦਾ ਰਿਕੁਆਇਰਮੈਂਟ ਇਨ ਹਾਈ ਲੈਵਲ ਡਾਕੂਮੈਂਟ ਆਰ ਮੈਟ। ਉਹ ਮਤਲਬ ਆਪਾਂ ਲੋ ਲੈਵਲ ਦੇ ਵਿੱਚ ਜੋ ਵੀ ਡਿਫੈਕਟ ਹੁੰਦੇ ਉਹਨੂੰ ਫਾਈਂਡ ਆਊਟ ਕਰਕੇ ਫਿਰ ਹੀ ਆਪਾਂ ਹਾਈ ਲੈਵਲ ਦੇ ਡਾਕੂਮੈਂਟ ਆ ਜਿਹੜੇ ਆਪਾਂ ਨੂੰ ਮਿਲਦੇ ਆ। ਇਸ ਤੋਂ ਬਾਅਦ ਆ ਕਿ ਆਪਣੇ
ਕੋਲੇ ਫੋਲੋ ਅਪ, ਜਿਹੜਾ ਫੋਲੋ ਅਪ ਆ ਫੇਸ ਆਫ ਦਾ ਸੌਫਟਵੇਅਰ ਇਨਸਪੈਕਸ਼ਨ ਆਲ ਦਾ ਡਿਫੈਕਟ ਫਾਊਂਡ ਇਨ ਦਾ ਇਨਸਪੈਕਸ਼ਨ ਮੀਟਿੰਗ ਸ਼ੁੱਡ ਬੀ ਕਰੈਕਟਡ, ਵੀ ਉਹ ਸਹੀ ਹੋਣੀ ਚਾਹੀਦੀ ਆ। ਤਾਂ ਕਹਿੰਦੇ ਮੋਡਰੇਟਰ ਇਜ਼ ਰਿਸਪੋਂਸੀਬਲ ਫਾਰ ਵੈਰੀਫਾਈਂਗ ਦੈਟ ਇਜ਼ ਇਨਡੀਡ ਦਾ ਕੇਸ, ਤਾਂ ਮੋਡਰੇਟਰ ਇਹਦੇ ਲਈ ਰਿਸਪੋਂਸੀਬਿਲਿਟੀ ਹੁੰਦੀ ਆ ਵੀ ਉਹਨੇ ਵੈਰੀਫਾਈ ਕਰ ਲਿਆ ਵੀ ਜਿਹੜੇ ਵੀ ਜਿੰਨੇ ਵੀ ਇਹਦੇ ਵਿੱਚ ਡਿਫੈਕਟ ਨੇ ਉਹ ਕਰੈਕਟ ਹੋ ਗਏ। ਹੀ ਸ਼ੁੱਡ ਵੈਰੀਫਾਈ ਇਫ ਆਲ ਡਿਫੈਕਟ ਆਰ ਫਿਕਸਡ ਐਂਡ ਨੋ ਨਿਊ ਡਿਫੈਕਟ ਆਰ ਇੰਸਰਟਡ ਵਾਈਲ ਟਰਾਈਂਗ ਟੂ ਫਿਕਸ ਦਾ ਇਨੀਸ਼ੀਅਲ ਡਿਫੈਕਟ, ਤਾਂ ਉਹ ਮਤਲਬ ਕੋਸ਼ਿਸ਼ ਕਰੂਗਾ ਵੀ ਪਹਿਲੇ ਡਿਫੈਕਟ ਨੂੰ ਕੀ ਕੀਤਾ ਜਾਵੇ, ਫਾਈਂਡ ਆਊਟ ਕਰਕੇ ਉਹਨਾਂ ਨੂੰ ਕਰੈਕਟ ਆ ਜਿਹੜਾ ਕੀਤਾ ਜਾਵੇ। ਤੇ ਇਟ ਇਜ਼ ਕ੍ਰਿਟੀਕਲ ਇੰਪੋਰਟੈਂਟ ਹੈ ਦੈਟ ਆਲ ਦਾ ਡਿਫੈਕਟ ਆਰ ਕਰੈਕਟਡ ਐਜ਼ ਦਾ ਕਸਟ of the fixing them in the later phase of project will be 10 to 100 times higher compared to the current cost। current cost ਦੇ ਅਕੋਰਡਿੰਗ 10 ਤੋਂ ਲੈ ਕੇ 100 ਟਾਈਮਸ ਕੀ ਹੋਣਾ ਚਾਹੀਦਾ, ਇਹ ਵਧੀਆ ਹੋਣਾ ਚਾਹੀਦਾ। ਤਾਂ ਸਿਮਿਲਰ ਦਾ ਕੋਡ ਰੀਡਿੰਗ ਪ੍ਰੋਸੈਸ ਇਜ਼ ਯੂਜ਼ਡ ਫਾਰ ਟੈਸਟਿੰਗ ਦਾ ਸੌਫਟਵੇਅਰ ਫਾਰ ਫਲਾ ਬਾਈ ਜਸਟ ਰੀਡਿੰਗ ਇਨਸਪੈਕਸ਼ਨ ਬਾਈ ਪਰਸਨ ਅਦਰ ਦੈਨ ਦਾ ਡਿਵੈਲਪਰ ਆਫ ਕੋਡ, ਜਿਵੇਂ ਫੋਲੋਇੰਗ ਕਹਿੰਦੇ ਰੀਡਿੰਗ ਟੈਕਟਿਕਸ ਆ ਆਪਣੇ ਕੋਲੇ ਆਰ ਆਈ ਥਿੰਕ ਆਲਸੋ ਯੂਜ਼ਫੁਲ ਫਾਰ ਕੋਡ ਰੀਡਿੰਗ, ਕੋਡ ਰੀਡਿੰਗ ਦੇ ਲਈ ਜ਼ਰੂਰੀ ਆ। ਜਿਵੇਂ ਬੇਟਾ ਵਰਕ ਇਨ ਪੇਅਰ, ਪੇਅਰ ਦੇ ਵਿੱਚ ਕੰਮ ਕਰੋ, ਥਿੰਕਿੰਗ ਆਊਟ ਲਾਊਡ ਟੂ ਵਨ ਅਨਦਰ, ਇੱਕ ਦੂਜੇ ਦੇ ਨਾਲ ਆਪਣੀ ਥਿੰਕਿੰਗ ਨੂੰ ਸ਼ੇਅਰ ਕਰੋ, ਠੀਕ ਹੈ। ਆਰਗੂ ਇਫ ਯੂਅਰ ਪੇਰੈਂਟਸ ਸੇ ਦਿਸ ਮੀਨਸ ਐਕਸ ਤਾਂ ਯੂ ਐਦਰ ਡੋਂਟ ਅੰਡਰਸਟੈਂਡ ਵਾਈ ਯੂ ਹੈਵ ਅਨਦਰ ਓਪੀਨੀਅਨ ਡਿਮਾਂਡ ਔਰ ਐਕਸਪਲਾਨੇਸ਼ਨ, ਵੀ ਜਿਵੇਂ ਆਪਾਂ ਆਰਗੂ ਕਰਦੇ ਹਾਂ, ਜਿਵੇਂ ਆਪਣੇ ਪੇਰੈਂਟਸ ਆਪਾਂ ਨੂੰ ਕਹਿੰਦੇ ਵੀ ਇਹਦਾ ਮਤਲਬ ਐਕਸ ਆ, ਤਾਂ ਤੁਸੀਂ ਬੋਲਦੇ ਵੀ ਇਹ ਮੈਨੂੰ ਸਮਝ ਨਹੀਂ ਆਇਆ, ਵੀ ਮੈਨੂੰ ਦੁਬਾਰਾ ਦੱਸੋ ਇਹ ਕੀ ਚੀਜ਼ ਆ, ਵੀ ਦੁਬਾਰਾ ਐਕਸਪਲਾਨੇਸ਼ਨ ਦੀ ਮੰਗ ਕਰਦੇ ਹੋ, ਠੀਕ ਹੈ। ਸਮਟਾਈਮਜ਼ ਵੈਨ ਡੀਲਿੰਗ ਵਿਦ ਦਾ ਚੰਕ ਆਫ ਟੈਕਸ ਇਟ ਇਜ਼ ਈਜ਼ੀ ਟੂ ਫਿਗਰ ਆਊਟ ਦਾ ਮਿਡਲ ਆਫਟਰ, ਜਿਵੇਂ ਕੁਛ ਮਤਲਬ ਡੀਲਿੰਗ ਆਪਣੇ ਕੋਲ ਟੈਕਸ ਬਹੁਤ ਜ਼ਿਆਦਾ ਹੁੰਦੇ ਨੇ, ਤੇ ਪਰ ਆਪਾਂ ਈਜ਼ੀਲੀ ਇਹਨੂੰ ਕਾਹਦੀ ਫਾਰਮ ਦੇ ਵਿੱਚ ਸਮਝ ਸਕਦੇ ਹਾਂ, ਫਿਗਰ ਦੀ ਫਾਰਮ ਦੇ ਵਿੱਚ ਸਮਝ ਸਕਦੇ ਹਾਂ, ਠੀਕ ਹੈ। ਇਸ ਤਰ੍ਹਾਂ ਦੇ ਜਿਹੜੇ ਆਰਗੂਜ਼ ਵਗੈਰਾ ਆਪਾਂ ਟਰਾਈ ਆ ਕਰ ਸਕਦੇ ਹਾਂ। ਅੱਗੇ ਜਿਹੜਾ ਸਟੈਟਿਸਟਿਕ ਐਨਾਲਿਸਿਸ ਹੈ ਬੇਟਾ ਆਪਾਂ ਕੱਲ੍ਹ ਵਾਲੇ ਲੈਕਚਰ 'ਚ ਕਰਾਂਗੇ, ਇੱਕ ਵਾਰ ਇਹਨੂੰ ਰੀਡ ਕਰ ਲਿਓ, ਜੇ ਇਹਦੇ ਵਿੱਚ ਕੋਈ ਪ੍ਰੋਬਲਮ ਲੱਗਦੀ ਹੋਈ ਤਾਂ ਮੈਨੂੰ ਦੁਬਾਰਾ ਪੁੱਛ ਲਿਓ। ਓਕੇ ਬੇਟਾ, ਥੈਂਕ ਯੂ ਸੋ ਮਚ।